स्वागत है जी। और इस वक्त तुसीं देख सकते हो नौजवान किस तरह दीप सिद्धू ਦਾ ਜਿਹੜਾ अंतिम अरदास है ਉਹਦੇ ਵਿੱਚ ਪਹੁੰਚ ਰਿਹਾ। ਸਾਡੇ ਨਾਲ ਕੁਝ ਬਜ਼ੁਰਗ ਵੀ ਨੇ। ਬਜ਼ੁਰਗੋ ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਜੀ ਹਲਕਾ ਸ਼ਾਹਕੋਟ ਤੋਂ। ਤੇ ਕਿੰਨੀ ਕੁ ਸੰਗਤ ਆਈ ਹੈ ਜੀ ਤੁਹਾਡੇ ਨਾਲ? ਸਾਡੇ ਨਾਲ ਪੂਰੀ ਬੱਸ ਭਰ ਕੇ 150 ਬੰਦਾ ਸਾਡੇ ਨਾਲ। ਕੀ ਸੋਚ ਲੈ ਕੇ ਤੁਸੀਂ ਇੱਥੇ ਆਏ ਹੋ ਜੀ? ਆਪਾਂ ਦੇਖੀਏ ਸਾਡੀ ਸੋਚ ਸੀ ਜੋ ਸਿੱਧੂ ਹੈ ਜੋ ਉਸ ਦਾ ਸ਼ਹੀਦ ਕੀਤਾ ਗਿਆ ਹੈ, ਬਹੁਤ ਦੁੱਖ ਭਰੀ ਅਸੀਂ ਦੁੱਖ ਭਰ ਉਹਨੂੰ ਵਧੇ ਕੇ ਦਿੰਦੇ ਹਾਂ ਔਰ ਉਹਨੂੰ ਸ਼ਰਧਾ ਨਾਲ ਫੁੱਲ ਭੇਟ ਕਰਨੇ ਹਾਂ। ਅਸੀਂ ਤੁਹਾਡੇ ਨਾਲ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੁੰਦੀ ਆ, ਤੁਹਾਡੀ ਤਾਂ ਸੋਚ ਲਓ ਤੁਸੀਂ ਤਾਂ ਮਤਲਬ ਬਹੁਤ ਪਹਿਲਾਂ ਤੋਂ ਵੀ ਦੇਖਿਆ, ਹੁਣ ਵੀ ਦੇਖ ਰਹੇ ਹੋ, ਪਰ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਦੀ ਜਿਹੜੀ ਸੋਚ ਹੁੰਦੀ ਆ ਥੋੜੀ ਜਿਹੀ ਵੱਖਰੀ ਹੁੰਦੀ ਆ। ਕੀ ਤੁਹਾਨੂੰ ਲੱਗਦਾ ਤੁਹਾਡੇ ਨਾਲ ਨੌਜਵਾਨ ਵੀ ਆਏ ਹੋਣੇ ਆ, ਕੀ ਉਹਨਾਂ ਦੀ ਸੋਚ ਰਹੀ ਹੈ ਇੱਥੇ ਆਉਣ ਵੇਲੇ? ਉਹਨਾਂ ਦੀ ਸੋਚ ਹੈ ਕਿ ਉਹਦੇ ਨਾਲ ਸਾਡੇ ਸਿੱਧੂ ਨਾਲ ਹੀ। ਸੋ ਸਾਡੇ ਨਾਲ ਕੁਝ ਹੋਰ ਵੀ ਤੁਹਾਨੂੰ ਦਿਖਾਉਣੇ ਆ ਵੀ ਬਜ਼ੁਰਗ ਆ ਰਹੇ ਨੇ ਔਰ ਇਹ ਕਿੱਥੋਂ ਆ ਰਹੇ ਨੇ ਤੋਂ ਪੁੱਛਦੇ ਹੋ। ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ? ਗੁਰਦਾਸਪੁਰ ਤੋਂ ਆਏ ਜੀ। ਗੁਰਦਾਸਪੁਰ ਤੋਂ ਜੀ? ਹਾਂਜੀ ਹਾਂਜੀ। ਤੇ ਕੀ ਸੋਚ ਲੈ ਕੇ ਆਏ ਹੋ ਜੀ ਇੱਥੇ ਅੱਜ? ਸੋਚ ਸਿੱਧੂ ਸਾਹਿਬ ਦੀ ਸੋਚ ਦੇ ਉੱਤੇ ਪੈਰਾ ਦੇਣ ਆਏ ਆ। ਤੇ ਜਿਵੇਂ ਉਹਨਾਂ ਦੇ ਜੇ ਆਪਾਂ ਦੇਖਿਆ ਜਾਵੇ ਉਹਨਾਂ ਦੇ ਜਿਹੜੇ ਪਹਿਰੇ ਤੇ ਆਪਾਂ ਜਿਵੇਂ ਪਹਿਲਾਂ ਖਰੇ ਨਹੀਂ ਉਤਰੇ, ਉਹ ਆਪਾਂ ਉਹਨਾਂ ਨੂੰ ਪਹਿਲਾਂ ਮਤਲਬ ਨਕਾਰਦੇ ਰਹੇ, ਅੱਜ ਆਪਾਂ ਉਹਨਾਂ ਦੀ ਸੋਚ ਤੇ ਉਤਰ ਰਹੇ। ਕਿੰਨਾ ਕੁ ਚਿਰ ਇਹ ਸੋਚ ਆਪਣੀ ਟਿਕੀ ਰਹੂ ਉਹਨਾਂ ਤੇ? ਇਹ ਪੂਰੀ ਟਿਕੀ ਰਹੇਗੀ ਜਿੰਨਾ ਚਿਰ ਸਾਡੀ ਉਮਰ ਰਹੇਗੀ ਨਾ, ਜਿੰਨਾ ਚਿਰ ਜ਼ਿੰਦਗੀ ਰਹੇਗੀ ਉਹਨਾਂ ਚਿਰ ਟਿਕੀ ਰਹੇਗੀ। ਸੋ ਸਾਡੇ ਨਾਲ ਕੁਝ ਹੋਰ ਨੌਜਵਾਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਹਾਂ ਬਾਈ ਜੀ, ਹੁਣ ਇਹਨਾਂ ਤੋਂ ਪੁੱਛਦੇ ਹਾਂ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਮੋਹਾਲੀ ਤੋਂ ਜੀ। ਕੀ ਬਾਈ ਜੀ ਸੋਚ ਲੈ ਕੇ ਆਏ ਹੋ ਤੁਸੀਂ ਇੱਥੇ? ਕਿਉਂਕਿ ਅੱਜ ਹਰ ਕੋਈ ਬੰਦਾ ਕਹਿ ਰਿਹਾ ਸੀ ਉਹਨਾਂ ਦੀ ਸੋਚ ਦੇ ਨਾਲ ਇੱਥੇ ਆ ਰਹੇ ਹਾਂ, ਉਹਨਾਂ ਦੀ ਸੋਚ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਪਰ ਜਦੋਂ ਉਹ ਪਹਿਲਾਂ ਰੌਲਾ ਪਾਉਂਦੇ ਹੁੰਦੇ ਸੀਗੇ, ਅੱਜ ਉਹ ਸਾਡੇ ਵਿਚਕਾਰ ਨਹੀਂ ਹੈਗੇ, ਪਰ ਜਦੋਂ ਪਹਿਲਾਂ ਰੌਲਾ ਪਾਉਂਦੇ ਉਦੋਂ ਅਸੀਂ ਉਹਨਾਂ ਦੀ ਸੋਚ ਨਾਲ ਕਿਉਂ ਨਹੀਂ ਖੜੇ, ਅੱਜ ਹੀ ਕਿਉਂ ਖੜ ਰਹੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਨਾ ਕੌਮ ਦੇ ਵਿੱਚ ਇਹ ਕਮੀ ਬਹੁਤ ਹੈ। ਜਦੋਂ ਬੰਦਾ ਜਿਉਂਦਾ ਹੈ ਉਦੋਂ ਤੱਕ ਉਹਦੀ ਬਿਲਕੁਲ ਸਪੋਰਟ ਨਹੀਂ ਕਰਦੇ। ਬੰਦਾ ਸੱਚ ਹੀ ਬੋਲਦਾ ਹੁੰਦਾ ਹੈ, ਪਰ ਜਦੋਂ ਇਹ ਦੁਨੀਆ ਚਲੇ ਜਾਂਦਾ ਹੈ ਉਸ ਟਾਈਮ ਉਸ ਦੀ ਕਦਰ ਪੈਂਦੀ ਹੈ। ਪਰ ਸਾਨੂੰ ਹੁਣ ਜਿਹੜੀ ਉਹ ਸ਼ਹੀਦੀ ਉਹਨਾਂ ਦੀ ਹੋਈ ਹੈ, ਹੁਣ ਸਾਨੂੰ ਖੜਨਾ ਚਾਹੀਦਾ ਉਹਦੇ ਬਚਨਾਂ 'ਤੇ ਬੋਲਾਂ 'ਤੇ ਵੀ ਜੋ ਅੱਜ ਮਾਨ ਸਾਹਿਬ ਜਿਹੜੇ ਖੜੇ ਨੇ ਸਾਡੇ ਨਾਲ, ਮੇਰੇ ਖਿਆਲ 'ਚ ਨਾ ਤਾਂ ਆਪਾਂ ਇੱਥੇ ਲੜਾਈ ਕਰਕੇ ਜਿੱਤ ਸਕਦੇ ਹਾਂ। ਅੱਜ ਦਾ ਸਮਾਂ ਜਿਹੜਾ ਹੈਗਾ ਸਰਕਾਰ ਨੂੰ ਪਲਟਾ ਮਾਰ ਕੇ ਹੀ ਜਿੱਤ ਪ੍ਰਾਪਤ ਹੋ ਸਕਦੀ ਹੈ। ਮੇਰੇ ਖਿਆਲ 'ਚ ਆਪਾਂ ਇੱਕ ਦੂਜੇ ਸਰਕਾਰ ਨਾਲ ਲੜਾਈ ਕਰੀਏ ਕੋਈ ਫਾਇਦਾ ਨਹੀਂ। ਸਰਕਾਰ ਦਾ ਪਲਟਾ ਵੱਜੂਗਾ ਪੰਜਾਬ ਦੇ ਵਿੱਚੋਂ, ਆਪਣੇ ਆਪ ਹੀ ਜਿੱਤ ਸਾਨੂੰ ਮਿਲ ਜਾਊਗੀ। ਜਿੰਨਾ ਹੋ ਸਕਦਾ ਮਾਨ ਸਾਹਿਬ ਦੀ ਸਪੋਰਟ ਕਰੀਏ ਆਪਾਂ ਵੱਧ ਤੋਂ ਵੱਧ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਕੁਝ ਹੋਰ ਵੀ ਨੌਜਵਾਨ ਤੁਸੀਂ ਬਾਈ ਜੀ ਕਿਹੜੇ ਜਗ੍ਹਾ ਤੋਂ ਆਏ ਹੋ? ਅਸੀਂ ਮੋਗੇ ਜ਼ਿਲ੍ਹੇ ਤੋਂ ਜੀ। ਤੁਸੀਂ ਕੀ ਸੋਚ ਰੱਖਦੇ ਹੋ ਬਾਈ ਜੀ ਦੀਪ ਸਿੱਧੂ ਬਾਰੇ? ਦੀਪ ਸਿੱਧੂ ਬਾਈ ਜੀ ਆਪਣੇ ਕੌਮ ਦਾ ਹੀਰਾ ਸੀ, ਜੋ ਕਿ ਬਹੁਤ ਟਾਈਮ ਬਾਅਦ ਕੋਈ ਐਸੀ ਰੂਹ ਮਿਲਦੀ ਹੈ ਕੌਮ ਨੂੰ, ਤੇ ਬਹੁਤ ਘਾਟਾ ਪਿਆ ਜੀ। ਤੇ ਅਸੀਂ ਮੈਂ ਪਹਿਲਾਂ ਬਾਈ ਉਹਨਾਂ ਨੂੰ ਸਵਾਲ ਕੀਤਾ ਵੀ ਆਪਾਂ ਜਿਉਂਦੇ ਜੀ ਕਿਉਂ ਨਹੀਂ ਖੜਦੇ, ਆਪਾਂ ਉਹੋ ਜੀ ਸੋਚ ਨਾਲ, ਆਪਾਂ ਇਹ ਮਰਨ ਦੇ ਬਾਅਦ ਚ ਆਪਾਂ ਨੂੰ ਕਿਉਂ ਇਹ ਯਾਦ ਆਉਂਦਾ ਵੀ ਨਹੀਂ ਇਹਦੇ ਨਾਲ ਖੜਨਾ ਚਾਹੀਦਾ? ਹਾਂਜੀ ਹਾਂਜੀ ਬਿਲਕੁਲ ਜੀ। ਅੱਗੇ ਸੰਤ ਭਿੰਡਰਾਂ ਵਾਲਿਆਂ ਨੂੰ ਆਪਾਂ ਗਵਾ ਲਿਆ, ਹੁਣ ਦੀਪ ਸਿੱਧੂ ਵੀ ਗਿਆ। ਜੇ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਆਪਣੇ ਕੋਲ ਲੀਡਰ ਹੈ ਨੇ, ਤੇ ਜੇ ਅੱਗੇ ਆਪਾਂ ਸੋਚੀਏ ਵੀ ਉਹਨਾਂ ਨੂੰ ਉਹਨਾਂ ਦਾ ਜਿਉਂਦੇ ਜੀ ਕਦਰ ਪਾਈ ਜਾਵੇ ਚੰਗਾ ਹੋਏਗਾ। ਬਿਲਕੁਲ ਜੀ। ਤੇ ਅੱਜ ਅਸੀਂ ਉਹਨਾਂ ਦੀ ਸਪੋਰਟ ਪਿੱਛੇ ਆਏ ਆ, ਸਾਰੇ ਨੌਜਵਾਨ ਸਾਡੇ ਨਾਲ ਆਏ ਆ, ਤੇ ਅੱਜ ਅਸੀਂ ਇੱਕ ਤਰ੍ਹਾਂ ਸਹੁੰ ਖਾ ਕੇ ਜਾਵਾਂਗੇ ਕਿ ਜਿੰਨਾ ਚਿਰ ਸਾਡੇ ਸਵਾਸ ਨੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਸਪੋਰਟ ਕਰਾਂਗੇ। ਧੰਨਵਾਦ ਜੀ। ਸੋ ਤੁਹਾਨੂੰ ਦਿਖਾਈਏ ਵੀ ਪਿੱਛੇ, ਜੇ ਮੈਂ ਕੈਮਰਾਮੈਨ ਨੂੰ ਕਹਾਂ ਮੇਰੇ ਨਾਲ ਅੱਗੇ ਦਿਖਾਓ, ਇੱਧਰ ਦਿਖਾਓ ਕਿਸ ਤਰ੍ਹਾਂ ਜਿਹੜੀਆਂ ਗੱਡੀਆਂ ਨੇ, ਜੀਪਾਂ ਨੇ, ਪਹਿਲਾਂ ਤੁਹਾਨੂੰ ਟਰਾਲੀਆਂ ਦਿਖਾਈਆਂ, ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜੀਆਂ ਕਾਰਾਂ, ਜੀਪਾਂ, ਗੱਡੀਆਂ, ਹਰ ਇੱਕ ਦੇ ਉੱਪਰ ਰਾਜ ਕਰੇਗਾ ਖਾਲਸਾ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਔਰ ਹਰ ਇੱਕ ਦੇ ਹੱਥਾਂ ਦੇ ਵਿੱਚ ਦੇਖ ਸਕਦੇ ਹੋ ਨੌਜਵਾਨਾਂ ਦੇ ਕੇਸਰੀ ਝੰਡੇ ਔਰ ਟੀ-ਸ਼ਰਟਾਂ ਨੌਜਵਾਨਾਂ ਦੀਆਂ। ਦੇਖੋ ਜਿਹੜੀਆਂ ਦੀਪ ਸਿੱਧੂ ਦੇ ਜਿਹੜੇ ਪਿਕਚਰ ਦੇ ਨਾਲ ਉਹਨਾਂ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਸੰਘੇੜਾ ਖੁਰਦ ਜੀ। ਤੇ ਬਾਈ ਜੀ ਕੀ ਸੋਚ ਲੈ ਕੇ ਆਏ ਹੋ ਤੁਸੀਂ? ਤਾਂ ਆਪਣੇ ਦੀਪ ਸਿੱਧੂ ਜੀ ਦੀ ਜਿਹੜੀ ਉਹਨਾਂ ਦੀ ਬਣਾਈ ਇੱਕ ਟੀ-ਸ਼ਰਟ ਵੀ ਪਾਈ ਹੋਈ ਹੈ ਜਿਹਦੇ ਵਿੱਚ ਸਲੋਗਨ ਲਿਖਿਆ, ਬੰਦੇ ਵਿਰਲੇ ਹੀ ਸਰਕਾਰਾਂ ਨਾਲ ਮੱਥਾ ਲਾਉਂਦੇ ਨੇ। ਤੇ ਬਾਈ ਜੀ ਜਦੋਂ ਉਹ ਪਹਿਲਾਂ ਵੀ ਸਵਾਲ ਕਰਕੇ ਤੇ ਹੁਣ ਵੀ ਕਰਦਾ ਵੀ ਜਦੋਂ ਬੰਦਾ ਕੋਈ ਸਾਡਾ ਜਿਉਂਦਾ ਹੁੰਦਾ ਸਾਨੂੰ ਆਵਾਜ਼ਾਂ ਮਾਰਦਾ, ਸਾਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਸੀ, ਉਦੋਂ ਕਿਉਂ ਨਹੀਂ ਜਾਗਦੇ, ਬਾਅਦ ਚ ਕਿਉਂ ਜਾਗਦੇ ਆ? ਇਹ ਉਦੋਂ ਵੀ ਜਾਗਦੇ ਸੀਗੇ, ਸਰਕਾਰ ਹੀ ਮਰਵਾਉਂਦੀ ਨੇ ਬੰਦੇ ਉਹਨਾਂ ਨੂੰ, ਸੂਰਮੇ ਬੰਦਿਆਂ ਨੂੰ। ਪਹਿਲਾਂ ਸੰਤ ਮਰਵਾਦੇ ਉਹਨਾਂ ਨੇ, ਹੁਣ ਨਾ ਮਰਵਾਤਾ। ਕਿਤੇ ਨਾ ਕਿਤੇ ਜਿਹੜੀ ਨੌਜਵਾਨ ਦੀ ਸੋਚ ਇਹੀ, ਮਤਲਬ ਆਪਾਂ ਕਿਉਂ ਸੋਚਦੇ ਹਾਂ ਵੀ ਉਹ ਸੰਤਾਂ ਵਰਗੀ ਉਹਨਾਂ ਦੀ ਸੋਚ ਹੀ, ਸੰਤਾਂ ਵਰਗੇ ਸੀਗੇ, ਉਹ ਕਿਉਂ ਲੱਗਦਾ ਆਪਾਂ? ਪੂਰਾ ਹੀਰਾ ਬੰਦਾ ਅਸੀਂ ਵੀ ਕੋਲ ਜਾ ਕੇ ਆਏ ਜੀ, ਬੰਦਾ ਪੂਰਾ ਹੀਰਾ ਬੰਦਾ ਸੀ ਉਹਦਾ ਜੀ। ਸਾਡੇ ਨਾਲ ਕੁਝ ਬੀਬੀਆਂ ਆਈਆਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਮੋਹਾਲੀ ਤੋਂ ਆਏ ਹਾਂ ਜੀ ਵੀਰੇ, ਚੰਡੀਗੜ੍ਹ ਤੋਂ। ਅਸੀਂ ਨੌਜਵਾਨਾਂ ਨੂੰ ਤਾਂ ਬੜਾ ਪੁੱਛਿਆ ਜੀ ਵੀ ਉਹ ਕਹਿੰਦੇ ਅਸੀਂ ਉਹਦੀ ਸੋਚ ਦੇ ਨਾਲ ਚੱਲ ਕੇ ਆਏ ਆ। ਤੁਸੀਂ ਕੀ ਸੋਚਦੇ ਹੋ ਜੀ ਉਹਨਾਂ ਬਾਰੇ? ਬਿਲਕੁਲ ਜੀ, ਬਿਲਕੁਲ ਸਹੀ ਸੋਚ ਸੀਗੀ। ਅੱਜ ਜਿਹੜਾ ਤੁਸੀਂ ਇੱਥੇ ਇਕੱਠ ਦੇਖ ਰਹੇ ਹੋ ਉਹ ਦੀਪ ਸਿੱਧੂ ਦੀ ਸੋਚ ਦੇ ਨਾਲ ਹੀ ਹੈ। ਜੇ ਇੱਕ ਦੀਪ ਚਲਿਆ ਗਿਆ ਨਾ, ਅੱਜ ਤੁਸੀਂ ਦੇਖੋ ਇੱਥੇ ਲੱਖਾਂ ਹੀ ਦੀਪ ਜਗ ਗਏ ਆ, ਜਿਹੜੇ ਸਾਨੂੰ ਅੱਜ ਸਾਨੂੰ ਕੇਸਰੀ ਉਹਨਾਂ ਦੇ ਵਿੱਚ ਸਾਨੂੰ ਦੀਪ ਦਿਖਾਈ ਦੇ ਰਹੇ ਆ। ਇੱਕ ਦੀਪ ਤੋਂ ਹੀ ਬਾਕੀ ਦੀਪ ਜਗਦੇ ਹੁੰਦੇ, ਇਦਾਂ ਹੀ ਸਾਡੇ ਦੀਪ ਬਾਈ ਨੇ ਦਿਖਾਇਆ ਹੈ। ਮਤਲਬ ਸਾਨੂੰ ਫਿਰ ਜੀ ਹਮੇਸ਼ਾ ਕੁਰਬਾਨੀ ਦੀ ਹੀ ਲੋੜ ਪੈਂਦੀ ਰਹਿੰਦੀ, ਚਾਹੇ ਭਗਤ ਸਿੰਘ ਦੇ ਸਮੇਂ ਤੋਂ ਦੇਖਿਆ ਜਾਵੇ, ਸ਼ਹੀਦ ਊਧਮ ਸਿੰਘ ਜੀ ਤੋਂ ਦੇਖਿਆ ਜਾਵੇ, ਹਰ ਕੋਈ ਕੁਰਬਾਨੀ ਦੇ ਕੇ ਸਾਨੂੰ ਜਗਾਉਂਦਾ। ਸੰਤ ਭਿੰਡਰਾਂ ਤੋਂ ਦੇਖਿਆ ਜਾਵੇ, ਅਸੀਂ ਜਿਉਂਦੇ ਜੀ ਨਹੀਂ ਬੰਦੇ ਨੂੰ ਅਸੀਂ ਪਰਖਦੇ। ਜਦੋਂ ਤੱਕ ਅਸੀਂ ਆਪਣੀ ਸੋਚ ਨੂੰ ਨਹੀਂ ਬਦਲਾਂਗੇ, ਇਹਨਾਂ ਸਰਕਾਰਾਂ ਦੇ ਪਿੱਛੇ ਲੱਗੇ ਰਵਾਂਗੇ ਨਾ, ਜਦੋਂ ਤੱਕ ਅਸੀਂ ਆਪਣੇ ਆਪ ਤੋਂ ਨਹੀਂ ਪੁੱਛਾਂਗੇ ਵੀ ਹਾਂ ਸਾਨੂੰ ਕੀ ਕਰਨਾ ਚਾਹੀਦਾ, ਉਦੋਂ ਤੱਕ ਕੁਰਬਾਨੀਆਂ ਹੀ ਦੇਣੀਆਂ ਪੈਣਗੀਆਂ। ਜਦੋਂ ਸਾਡਾ ਜ਼ਮੀਰ ਜਾਗ ਜਾਏਗਾ ਨਾ, ਉਦੋਂ ਕੁਰਬਾਨੀਆਂ ਦੀ ਲੋੜ ਨਹੀਂ ਪੈਣੀ ਸਾਨੂੰ। ਜਦੋਂ ਤੱਕ ਇਹ ਗੰਦੀਆਂ ਸਰਕਾਰਾਂ ਦੇ ਪਿੱਛੇ ਲਗਾਂਗੇ, ਤਦ ਤੱਕ ਕੁਰਬਾਨੀਆਂ ਹੀ ਦੇਣੀਆਂ ਪੈਣੀਆਂ। ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਵੀ ਬੀਬੀਆਂ ਦਾ ਇਹ ਕਹਿਣਾ ਵੀ ਜਿੰਨਾ ਚਿਰ ਗੰਦੀਆਂ ਸਰਕਾਰਾਂ ਤੋਂ ਅਸੀਂ ਛੁਟਕਾਰਾ ਨਹੀਂ ਪਾਉਂਦੇ, ਉਹਨਾਂ ਚਿਰ ਸਾਡਾ ਕੋਈ ਹੱਲ ਨਹੀਂ ਹੋਣਾ। ਔਰ ਜੇ ਆਪਾਂ ਦੇਖਿਆ ਜਾਵੇ, ਮੈਂ ਕੈਮਰਾਮੈਨ ਨੂੰ ਕਹਾਂ ਬਈ ਤੁਸੀਂ ਇੱਧਰ ਦਿਖਾਓ ਮਾੜਾ ਜਿਹਾ ਵੀ ਕਿਵੇਂ ਲੋਕ ਗੱਡੀਆਂ ਦਾ ਦੇਖੋ। ਆ ਤੁਹਾਨੂੰ ਦਿਖਾਉਂਦੇ ਵੀ ਕਿਲੋਮੀਟਰ ਤੱਕ ਸਾਡੀ ਨਿਗਾਹ ਜਾ ਰਹੀ ਹੈ ਔਰ ਅਸੀਂ ਸਮਾਗਮ ਤੋਂ ਕਾਫੀ ਦੂਰ ਆ ਚੁੱਕੇ ਹਾਂ, ਥੱਲੇ ਘੱਟੋ ਘੱਟ 500 ਮੀਟਰ ਦੂਰ ਅਸੀਂ ਆ ਚੁੱਕੇ ਹਾਂ। ਔਰ ਤੁਸੀਂ ਦੇਖੋ ਨੌਜਵਾਨ ਕਿਸ ਤਰ੍ਹਾਂ ਕੇਸਰੀ ਦਸਤਾਰਾਂ ਸਜਾ ਕੇ, ਕੇਸਰੀ ਪੱਗਾਂ ਬੰਨ੍ਹ ਕੇ, ਕੇਸਰੀ ਪਰਨੇ ਬੰਨ੍ਹ ਕੇ, ਰੁਮਾਲ ਬੰਨ੍ਹ ਕੇ ਕਿਸ ਤਰ੍ਹਾਂ ਇੱਥੇ ਦੇਖੋ ਵੀਣਾ ਕੱਤ ਕੇ ਆ ਰਹੇ ਨੇ। ਕੋਈ ਕਿੱਥੋਂ ਮਤਲਬ ਪੰਜਾਬ ਦੇ ਕੋਨੇ ਤੋਂ ਆ ਰਿਹਾ ਜੀ, ਕੋਈ ਹਰਿਆਣੇ ਤੋਂ ਆ ਰਿਹਾ, ਕੋਈ ਦਿੱਲੀੋਂ ਆ ਰਿਹਾ, ਕੋਈ ਕੁਛ ਬੰਬੇ ਤੋਂ ਆਏ, ਕੁਛ ਕਹਿੰਦੇ ਬਾਹਰੋਂ ਵੀ ਆਏ ਨੇ। ਪਰ ਗੱਲ ਤਾਂ ਫਿਰ ਉਹੀ ਸੋਚ ਤੇ ਪਹਿਰਾ ਦੇਣ ਦੀ ਆ। ਸੋਚ ਕਿਤੇ ਨਾ ਕਿਤੇ ਜਿਹੜਾ ਨੌਜਵਾਨ ਆ ਉਹ ਸੋਚ ਤੇ ਪਹਿਰਾ ਦਿੰਦਾ ਵਾ। ਔਰ ਇਹ ਦੇਖਣਾ ਜਿਹੜੀ ਸੋਚ ਆ ਨੌਜਵਾਨਾਂ ਦੀ ਕਿੱਥੇ ਜਾ ਕੇ ਖੜਦੀ ਆ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਬਾਈ ਫਤਿਹਗੜ੍ਹ ਪਗਡਾਣਾ ਪਿੰਡ ਜੀ। ਤੇ ਕੀ ਬਾਈ ਜੀ ਕੀ ਸੋਚ ਕੇ ਆਏ ਹੋ ਇੱਥੇ ਅੱਜ? ਬਸ ਜੀ ਸੌਗ ਚ ਆਏ ਆ ਬਾਈ ਜੀ ਦੀ ਬਾਈ ਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਤੇ ਉਹਦੀ ਅੰਤਮ ਅਰਦਾਸ ਨੂੰ ਸ਼ਰਧਾਂਜਲੀ ਦੇਣਾ ਜੀ। ਬਾਈ ਜੀ ਜਦੋਂ ਗੱਲ ਮੇਰਾ ਬਾਰ-ਬਾਰ ਇੱਕੋ ਹੀ ਸਵਾਲ ਫੇਰ ਹੋ ਜਾਂਦਾ ਵੀ ਆਪਾਂ ਚਾਹੁੰਦੇ ਜੀ ਕਿਉਂ ਨਹੀਂ ਖੜਦੇ ਬੰਦੇ ਦੇ ਨਾਲ? ਅਸਲ ਇਹ ਕੌਮ ਦੀ ਨਾ ਪਹਿਲੀ ਘੜੀ ਤੋਂ ਇਹੋ ਰਹੀ ਹੈ ਵੀ ਅਸੀਂ ਪਛਾਣ ਚ ਸਾਨੂੰ ਥੋੜੀ ਦੇਰ ਲੱਗੀ। ਕੁਰਬਾਨੀ ਮੰਗਦੀ ਆ, ਮਤਲਬ ਜੇ ਸਾਨੂੰ ਖੜੇ ਕਰ ਲਿਆ ਆਪਾਂ ਦੇਖਿਆ ਜਾਵੇ। ਇਤਿਹਾਸ ਮੰਗਦਾ ਹੀ ਕੁਰਬਾਨੀ ਹੈ ਜੀ, ਇਤਿਹਾਸ ਮੰਗਦਾ ਹੀ ਕੁਰਬਾਨੀ। ਬਿਨਾਂ ਕੁਰਬਾਨੀਆਂ ਤੋਂ, ਬਿਨਾਂ ਸ਼ਹੀਦੀਆਂ ਤੋਂ ਮਤਲਬ ਇਤਿਹਾਸ ਰਚੇ ਨਹੀਂ ਜਾਂਦੇ, ਕੌਮਾਂ ਜਾਗਦੀਆਂ ਨਹੀਂ। ਪਰ ਇਹਨਾਂ ਦੀ ਯਾਦ ਕਦੇ ਭੁੱਲੀ ਤਾਂ ਨਹੀਂ ਜਾਊਗੀ। ਅੱਜ ਆਪਾਂ ਭੋਗਾਂ ਤੇ ਇਕੱਠੇ ਹੋ ਗਏ ਆ, ਕੱਲ ਉਹਨਾਂ ਨੇ ਵੀ ਕਿਹਾ ਵੀ ਜਦੋਂ ਜਾਉਨੇ ਆ ਆਪਾਂ ਉਦੋਂ ਨਹੀਂ ਪਿੱਛੇ ਲੱਗਦੇ, ਜਦੋਂ ਭੋਗਾਂ ਤੇ ਫਿਰ ਅਸੀਂ ਭੋਗ ਵੀ ਪਾਉਣੇ ਆ, ਬਰਸੀਆਂ ਵੀ ਮਨਾਉਣੇ ਆ, ਮੇਲੇ ਵੀ ਲਾਉਣੇ ਆ। ਤੇ ਤੁਹਾਨੂੰ ਕੀ ਲੱਗਦਾ ਵੀ ਕਦੇ ਉਹਨਾਂ ਦੀ ਯਾਦ ਜਾ ਸਕਦੀ ਆ? ਬਿਲਕੁਲ ਨਹੀਂ ਜਾ ਸਕਦੀ। ਜਿਨ੍ਹਾਂ ਦੇ ਖੂਨ 'ਚ ਮਤਲਬ ਆਪਣਾ ਇਤਿਹਾਸ ਹੋਵੇ ਤੇ ਆਪਣੇ ਗੁਰੂਆਂ ਦੀ ਹੋਵੇ, ਉਹ ਕਦੇ ਮਤਲਬ ਇਹ ਉਹਨਾਂ ਦਾ ਜਿਹੜਾ ਅੱਜ ਇਕੱਠ ਹੈ, ਉਹਨਾਂ ਦਾ ਖੂਨ ਜਿਹੜਾ ਸਾਡੀਆਂ ਰਗਾਂ 'ਚ ਖੌਲਿਆ, ਤਾਂ ਹੀ ਨੌਜਵਾਨੀ ਇੰਨੀ ਚੜ੍ਹ ਕੇ ਵੱਧ ਕੇ ਇੱਥੇ ਆਈ ਹੈ। ਇਹ ਆਉਣ ਵਾਲਾ ਟਾਈਮ ਇਤਿਹਾਸ ਦੱਸੂਗਾ। ਨਾ ਭਿੰਡਰਾਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਭੁੱਲੇ ਆ, ਨਾ ਬਾਈ ਦੀਪ ਸਿੰਘ ਨੂੰ ਕੋਈ ਭੁੱਲੂਗਾ। ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨਾਂ ਦੀ ਕਿਸ ਤਰ੍ਹਾਂ ਜਿਹੜੀ ਸੋਚ ਆ, ਬਜ਼ੁਰਗਾਂ ਦੀ ਸੋਚ, ਹਰ ਇੱਕ ਦੀ ਸੋਚ ਇਹੀ ਹੈ ਵੀ ਉਹਦੀ ਸੋਚ ਤੇ ਪਹਿਰਾ ਦੇਣਾ ਹੈ, ਜਿਵੇਂ ਮਰਜ਼ੀ ਦਈਏ, ਦਿਨ ਰਾਤ ਦੇਣਾ ਹੈ। ਕੋਈ ਕਿੱਥੋਂ ਆ ਰਿਹਾ, ਕੋਈ ਕਿੱਥੋਂ ਆ ਰਿਹਾ। ਔਰ ਤੁਸੀਂ ਦੇਖ ਸਕਦੇ ਹੋ ਨੰਗੇ ਪੈਰੀ ਚੱਲ ਕੇ ਕਿਲੋਮੀਟਰਾਂ ਦੇ ਵਿੱਚ ਦੂਰ ਆਪਣੀਆਂ ਟਰਾਲੀਆਂ ਗੱਡੀਆਂ ਲਾ ਕੇ ਵੀ ਲੋਕ ਇੱਥੇ ਆ ਰਹੇ ਨੇ। ਔਰ ਇਸ ਵਕਤ 12 ਦੇ ਕਰੀਬ ਟਾਈਮ ਹੋ ਚੁੱਕਿਆ। ਔਰ ਤੁਸੀਂ ਇਸ ਵਕਤ ਮੇਰੇ ਹਿਸਾਬ ਨਾਲ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੋ ਚੁੱਕੀ ਹੈ ਜੀ। ਔਰ ਇਹ ਸੰਗਤ ਔਰ ਆਈ ਜਾ ਰਹੀ ਆ, ਔਰ ਇਹ ਨਹੀਂ ਪਤਾ ਕਿੰਨੇ ਵਜੇ ਤੱਕ ਆਏਗੀ, ਕਿਉਂਕਿ ਜਿਹੜਾ ਭੋਗ ਦਾ ਟਾਈਮ ਹੁੰਦਾ ਤੁਹਾਨੂੰ ਪਤਾ 1 ਤੋਂ 2 ਵਜੇ ਤੱਕ ਹੱਦ ਹੋ ਜਾਏਗਾ ਜੀ। ਕਿਉਂਕਿ ਜਦੋਂ ਸ਼ਬਦ ਕੀਰਤਨ ਜਦੋਂ ਸਰਵਣ ਹੋ ਜਾਣਗੇ ਔਰ ਉਹਦੇ ਬਾਅਦ ਚੋਂ ਪਾਠ ਦੇ ਭੋਗ ਅਰਦਾਸ ਹੋ ਜਾਏਗੀ, ਫਿਰ ਸਪੀਚਾਂ ਹੋ ਜਾਣਗੀਆਂ। ਮਤਲਬ ਇਹ ਤੋਂ ਉੱਤੇ ਜ਼ਿਆਦਾ ਸਮਾਂ ਨਹੀਂ ਲੱਗ ਸਕਦਾ। ਪਰ ਲੋਕਾਂ ਦਾ ਜਿਹੜਾ ਇਕੱਠ ਆ ਇਹ ਲੱਗਦਾ ਨਹੀਂ ਵੀ ਰੁਕੇਗਾ। ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਫਤਿਹਗੜ੍ਹ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨ ਕੌਮ ਦੇ ਸ਼ਹੀਦ ਦੀਪ ਸਿੰਘ ਅਮਰ ਰਹੇ, ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਨੇ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਆ। ਔਰ ਨੌਜਵਾਨ ਬੋਲੇ ਸੋ ਨਿਹਾਲ ਦੇ ਜਕਾਰੇ ਛੱਡਦੇ ਹੋਏ ਜੀ। ਤੁਹਾਡੀ ਸੋਚ ਤੇ ਪੈਰਾਂ ਦੇਾਂਗੇ ਠੋਕ ਕੇ, ਤੁਹਾਡੀ ਸੋਚ ਤੇ ਪੈਰਾਂ ਦੇਾਂਗੇ ਠੋਕ ਕੇ, ਤੁਹਾਡੀ ਸੋਚ ਤੇ ਪੈਰਾਂ ਦੇਾਂਗੇ ਠੋਕ ਕੇ। ਸਾਡੇ ਨਾਲ ਉਹਨਾਂ ਨੂੰ ਪੁੱਛਦੇ ਆ ਕੀ ਸੋਚ ਲੈ ਕੇ ਆਏ ਹੋ ਜੀ ਇੱਥੇ ਅੱਜ? ਅਸੀਂ ਜੀ ਗੁਰੂ ਨਾਨਕ ਦੀ ਸੋਚ ਨੂੰ ਲੈ ਕੇ ਆਏ, ਕਿਰਤ ਕਰੋ, ਨਾਮ ਜਪੋ, ਵੰਡ ਸਕੋ। ਜਿਹੜਾ ਹੁਣ 150 ਸਾਲ ਤੋਂ ਇਹ
ਲਟੇਰਾ ਪਾਰਟੀਆਂ ਨੇ ਸਾਡੀ ਸਿੱਖ ਕੌਮ ਦਾ ਨਾਸ਼ ਕਰਨ ਦੇ ਲਈ ਇਕਜੁੱਟ ਹੋ ਕੇ ਸਾਨੂੰ ਮਿੱਟੀ ਦੇ ਵਿੱਚ ਰਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਖਾਲਸਾ ਹੁਣ ਜਾਗਦਾ ਹੈਗਾ। ਹੁਣ ਜਿਹੜਾ ਇੱਟ ਨਾਲ ਇੱਟ ਖੜਕਾਵੇਗਾ, ਸੱਚ ਦਾ ਜੋ ਰਾਜ ਲੈ ਕੇ ਆਵੇਗਾ। ਤੇ ਜੇ ਆਪਾਂ ਦੀਪ ਸਿੱਧੂ ਦੀ ਸ਼ਹਾਦਤ ਨੂੰ ਦੇਖਿਆ ਜਾਵੇ, ਕਿਸ ਤਰ੍ਹਾਂ ਦੇਖਦੇ ਇਹਨਾਂ ਨੂੰ? ਦੀਪ ਸਿੱਧੂ ਇੱਕ ਹੀਰਾ ਸੀ ਕੌਮ ਦਾ, ਜਿਹਨੇ ਸੱਚ ਦੀ ਗੱਲ ਕਹੀ, ਕਿਰਤੀਆਂ ਦੀ ਗੱਲ ਕਹੀ, ਪਰ ਇਹ ਲਟੇਰਾ ਪਾਰਟੀ ਨੂੰ, ਮੋਦੀ ਨੂੰ, ਬਾਦਲ ਨੂੰ, ਜਿੰਨੀਆਂ ਵੀ ਪਾਰਟੀਆਂ ਨੂੰ ਰੜਕਦਾ ਰਿਹਾ, ਇਹਨਾਂ ਨੇ ਜਾਣਬੁੱਝ ਕੇ ਜੋ ਇਹਦਾ ਸਿਧਾਂਤ ਕਰਵਾਈ ਹੈ ਇਹਦੀ ਜੀ। ਸੋ ਸਾਡੇ ਨਾਲ ਕੋਈ ਨੌਜਵਾਨ ਤੁਸੀਂ ਕੀ ਕਹਿੰਦੇ ਹੋ ਬਾਈ ਜੀ? ਤੁਹਾਡਾ ਕੀ ਕਹਿਣਾ ਦੀਪ ਸਿੱਧੂ ਬਾਰੇ? ਅਸੀਂ ਕਹਿੰਦੇ ਹਾਂ ਦੀਪ ਸਿੱਧੂ ਬਹੁਤ ਵਧੀਆ ਬੰਦਾ ਸੀਗਾ ਤੇ ਉਹ ਕੌਮ ਦਾ ਹੀਰਾ ਸੀਗਾ। ਇਹਨੂੰ ਜਾਣ ਕੇ ਮਰਵਾਇਆ ਗਿਆ ਤੇ ਇਸ ਨੂੰ ਮੁਹਿੰਮ ਨੂੰ ਜਾਰੀ ਰੱਖਣਾ ਚਾਹੀਦਾਗਾ। ਤੇ ਕਿੰਨਾ ਕੁ ਚਿਰ ਇਹ ਮੁਹਿੰਮ ਜਾਰੀ ਰਹੂਗੀ ਜੀ ਤੁਹਾਡੇ ਹਿਸਾਬ ਨਾਲ? ਸਾਰੇ ਮੈਨੂੰ ਇੱਕ ਬੋਲ ਦੇ ਵਿੱਚ ਬੋਲ ਕੇ ਦੱਸੋ, ਕਿਉਂਕਿ ਸਾਹ ਚੱਲਣਗੇ ਉਦੋਂ ਤੱਕ ਰਹੂਗੀ। ਦੀਪ ਸਿੱਧੂ ਸਾਡੇ ਦਿਲਾਂ 'ਚ ਵੱਸਦਾ ਤੇ ਹਮੇਸ਼ਾ ਵੱਸਦਾ ਰਹੂਗਾ ਤੇ ਰਹਿੰਦੀ ਦੁਨੀਆ ਤੱਕ ਹੀ ਯਾਦ ਵੀ ਰੱਖਾਂਗੇ। ਜਿੰਨਾ ਤੱਕ ਲਟੇਰਾ ਪਾਰਟੀਆਂ ਕੁਰਸੀਆਂ ਤੋਂ ਅਸੀਂ ਨਹੀਂ ਲਾਉਂਦੇ, ਉਹਨਾਂ ਚਿਰ ਜੰਗ ਜਾਰੀ ਰਹੂਗੀ। ਕੌਮ ਦਾ ਹੀਰਾ ਸੀਗਾ ਦੀਪ ਸਿੱਧੂ। ਧੰਨਵਾਦ। ਸਾਡੇ ਨਾਲ ਰਹੂਗਾ ਜਿੰਨਾ ਚਿਰ ਸਾਹ ਚੱਲਣਗੇ ਦੀਪ ਸਿੱਧੂ ਦੇ। ਅਸੀਂ ਜਿਉਂਦੇ ਜਿੰਨਾ ਚਿਰ ਦੀਪ ਸਿੱਧੂ ਸਾਡੇ ਸਾਹ ਚੱਲਣਗੇ, ਦੀਪ ਸਿੱਧੂ ਸਾਡੇ ਦਿਲਾਂ 'ਚ ਰਹੂਗਾ। ਕਿਹੜੇ ਇਲਾਕੇ ਤੋਂ ਆਏ ਜੀ ਆਪਾਂ? ਅਸੀਂ ਮਹਿਲ ਕਲਾਂ ਇਲਾਕੇ ਤੋਂ ਆਏ, ਬਰਨਾਲਾ ਜ਼ਿਲ੍ਹਾ, ਕੋਲਡ ਪਿੰਡ ਤੋਂ। ਅਮਰਸੀਰ ਦੀਪ ਸਿੰਘ ਅਮਰ ਰਹੇ, ਦੀਪ ਸਿੰਘ ਅਮਰ ਰਹੇ, ਦੀਪ ਸਿੰਘ ਅਮਰ ਰਹੇ, ਬੋਲੇ ਸ਼ੋ ਨਿਹਾਲ, ਸਤਿ ਸ੍ਰੀ ਅਕਾਲ। ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀਆਂ ਸੰਗਤਾਂ ਨੇ ਹਮ ਹਮਾ ਕੇ ਪਹੁੰਚ ਰਹੀਆਂ। ਕਿਸੇ ਦੇ ਹੱਥ 'ਚ ਉਹਨਾਂ ਦਾ ਪੋਸਟਰ ਆ, ਕਿਸੇ ਦੇ ਹੱਥ 'ਚ ਉਹਨਾਂ ਦੀ ਕਿਸ ਤਰ੍ਹਾਂ ਦੀ ਤਸਵੀਰ ਹੈ। ਕੋਈ ਸੰਤਾਂ ਦੇ ਨਾਲ ਉਹਨਾਂ ਦਾ ਫੋਟੋਆਂ ਲੈ ਕੇ ਆ ਰਿਹਾ, ਕੋਈ ਕਿਸੇ ਨਾਲ ਆ ਰਿਹਾ, ਕੋਈ ਤੁਸੀਂ ਦੇਖ ਸਕਦੇ ਹੋ। ਪਰ ਹਰ ਇੱਕ ਦੇ ਹੱਥ ਦੇ ਵਿੱਚ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਨੇ, ਔਰ ਇਹ ਕਿਤੇ ਨਾ ਕਿਤੇ ਦਰਸਾਉਂਦੇ ਨੇ ਵੀ ਇਹ ਵਾਕਈ ਹੀ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇ ਰਹੇ ਨੇ ਔਰ ਉਹਨਾਂ ਨੇ ਇਹਨਾਂ ਨੂੰ ਜਗਾਇਆ ਵਾ। ਬੇਸ਼ੱਕ ਉਹਨਾਂ ਨੂੰ ਇਹ ਸ਼ਹਾਦਤ ਦੇਣੀ ਪਈ ਆ, ਪਰ ਸ਼ਹਾਦਤ ਦੇਣ ਦੇ ਬਾਅਦ ਚੋਂ ਵੀ ਉਹਨਾਂ ਨੂੰ ਜ਼ਰੂਰ ਜਗਾਇਆ। ਔਰ ਸਾਡੇ ਕੁਝ ਬਜ਼ੁਰਗ ਵੀ ਆ ਰਹੇ, ਅਸੀਂ ਉਹਨਾਂ ਤੋਂ ਵੀ ਪੁੱਛਦੇ ਹਾਂ। ਬਜ਼ੁਰਗੋ, ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਹਮੀਦੀ ਪਿੰਡ ਹੈ ਜੀ, ਡਿਸਟ੍ਰਿਕਟ ਬਰਨਾਲਾ ਡਿਸਟ੍ਰਿਕਟ। ਤੇ ਕੀ ਸੋਚ ਕੇ ਆਏ ਹੋ ਬਜ਼ੁਰਗੋ ਇੱਥੇ ਜੀ? ਅਸੀਂ ਸੋਚ ਕੇ ਆਏ ਜਿਹੜੇ ਪੰਥ ਦੀ ਸੋਚ ਲੈ ਕੇ ਚੱਲਦੇ ਨੇ ਉਹਨਾਂ ਦੇ ਨਾਲ ਚੱਲਣਾ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਇੱਕ ਗੁਰੂ ਦੇ ਸਿੰਘ ਆ। ਜਿਹੜਾ ਸਾਡੇ ਕੌਮ ਲਈ, ਸਾਡੇ ਪੰਥ ਲਈ ਜੋ ਵੀ ਆਵਾਜ਼ ਉਠਾਉਂਦਾ, ਅਸੀਂ ਉਹਦੇ ਨਾਲ ਮੋਢਾ ਲਾ ਕੇ ਚੱਲਾਂਗੇ, ਸਾਡਾ ਫਰਜ਼ ਬਣਦਾ। ਧੰਨਵਾਦ ਜੀ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਪਾਰਟੀ ਬਣਾਉਣ ਵੇਲੇ ਆਨੰਦਪੁਰ ਤੋਂ ਐਲਾਨ ਕੀਤਾ ਸੀ ਵੀ ਅਸੀਂ ਸੰਤ ਜਰਨੈਲ ਸਿੰਘ ਵੱਲੋਂ ਆਰੰਭੇ ਗੁਰੂ ਗ੍ਰੰਥ ਸਾਹਿਬ ਦੇ ਆਸੇ ਦੇ ਸੰਘਰਸ਼ ਨੂੰ ਨੌਜਵਾਨਾਂ ਨੂੰ ਇਕੱਠੇ ਕਰਕੇ ਸਿਰੇ ਲਾਵਾਂਗੇ। ਅਸੀਂ ਉਹ ਨੌਜਵਾਨਾਂ ਦੀ ਹਮਾਇਤ 'ਚ ਆਏ ਹਾਂ, ਪੁਰਾਣੇ ਸਿੰਘ। ਸਮਝ ਗਏ ਜੀ। ਸੋ ਸਾਡੇ ਨਾਲ ਕੁਝ ਨੌਜਵਾਨ ਵੀ ਹੈਗੇ ਨੇ ਉਧਰ, ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਇੱਥੇ ਲੋਕ। ਔਰ ਤੁਸੀਂ ਪਿੱਛੇ ਫੇਰ ਦੇਖ ਸਕਦੇ ਹੋ ਮੇਰੇ, ਔਰ ਮਤਲਬ ਜਿਹੜੇ ਜੱਥਿਆਂ ਦੇ ਜੱਥੇ ਆ ਰਹੇ ਨੇ, ਨੌਜਵਾਨਾਂ ਦੇ ਜੱਥੇ, ਉਹ ਇੱਕ ਗਰੁੱਪ ਦੇ ਵਿੱਚ ਆਉਂਦੇ ਨੇ ਔਰ ਹਰ ਇੱਕ ਪਿੰਡ ਦਾ ਇੱਕ ਆਪਣਾ ਗਰੁੱਪ ਹੁੰਦਾ। ਔਰ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੇ ਹੱਥ ਦੇ ਵਿੱਚ ਦੀਪ ਸਿੰਘ ਸਿੱਧੂ ਦੀ ਫੋਟੋ ਹੈ ਔਰ ਦੀਪ ਸਿੰਘ ਸਿੱਧੂ ਅਮਰ ਰਹੇ ਕੇਸਰੀ ਨਿਸ਼ਾਨ ਸਾਹਿਬ ਨੇ ਤੇ ਦੀਪ ਸਿੰਘ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਕਿਸ਼ਨਪੁਰਾ ਗਰਾਂ ਤੋਂ ਜੀ। ਤੇ ਬਾਈ ਜੀ ਕੀ ਸੋਚ ਲੈ ਕੇ ਆਏ ਹੋ ਇੱਥੇ ਅੱਜ? ਦੀਪ ਸਿੱਧੂ ਦੀ ਸੋਚ ਤੇ ਆਇਆ ਜੀ, ਕੌਮ ਦੇ ਲਈ। ਅਸੀਂ ਸਾਰੇ ਨੌਜਵਾਨੀ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ, ਜੋ ਦੀਪ ਬਾਈ ਦੀ ਸੋਚ ਸੀ ਅਸੀਂ ਉਹਦੇ ਤੇ ਚੱਲਣਾ ਵਾ ਤੇ ਅਸੀਂ ਤਾਂ ਉਹਦੇ ਤੇ ਚੱਲ ਰਹੇ ਹਾਂ ਤੇ ਹੋਰ ਵੀ ਨੌਜਵਾਨੀ ਨੂੰ ਇਹੀ ਬੇਨਤੀ ਕਰਾਂਗੇ ਵੀ ਆਪਾਂ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਬਸ ਸਾਡੀ ਇਹੀ ਸੋਚ ਹੈ ਸਾਰਿਆਂ ਦੀ। ਧੰਨਵਾਦ ਜੀ। ਦੀਪ ਸਿੱਧੂ ਅਮਰ ਰਹੇ, ਅਮਰ ਰਹੇ, ਅਮਰ ਰਹੇ। ਭਾਈ ਦੀਪ ਸਿੱਧੂ ਅਮਰ ਰਹੇ, ਅਮਰ ਰਹੇ, ਅਮਰ ਰਹੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦੀਪ ਸਿੱਧੂ ਦੇ ਕਾਤਲ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਦੀਪ ਸਿੱਧੂ ਦੇ ਕਾਤਲ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਥ ਕੀ ਜੀਤ, ਪੰਥ ਕੀ ਜੀਤ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਦੀਪ ਸਿੱਧੂ ਅਮਰ ਰਹੇ, ਅਮਰ ਰਹੇ, ਅਮਰ ਰਹੇ। ਦੀਪ ਸਿੱਧੂ ਅਮਰ ਰਹੇ, ਅਮਰ ਰਹੇ, ਅਮਰ ਰਹੇ। ਸੋ ਸਾਡੇ ਨਾਲ ਤੁਹਾਨੂੰ ਦਿਖਾਉਂਦੇ ਅਸੀਂ ਗੱਡੀਆਂ ਦੇ। ਵੈਸੇ ਤਾਂ ਇਹ ਜਿਹੜਾ ਰਾਹ ਕਹਿੰਦੇ ਹੁੰਦੇ ਆ ਕਦੇ ਮੇਰੇ ਖਿਆਲ ਖਾਲੀ ਹੋਣ ਦਾ ਨਾਂ ਹੀ ਨਹੀਂ ਅੱਜ ਲਵੇਗਾ। ਔਰ ਇਹ
ਮੇਰੇ ਖਿਆਲ ਆ ਰਾਤ ਤੱਕ ਵੀ ਇੱਥੇ ਲੋਕ ਇਦਾਂ ਹੀ ਆਉਂਦੇ ਰਹਿਣਗੇ ਔਰ ਤੁਸੀਂ ਦੇਖਦੇ ਰਹੋਗੇ ਗਰੁੱਪਾਂ ਦੇ ਗਰੁੱਪ, ਕਾਫਲਿਆਂ ਦੇ ਕਾਫਲੇ ਆ ਰਹੇ ਨੇ ਪਿੰਡਾਂ ਤੋਂ, ਕੋਈ ਦੂਰੋਂ, ਕੋਈ ਕਿੱਥੋਂ, ਕੋਈ ਮਤਲਬ ਕੋਈ ਪੰਜਾਬ ਦਾ ਐਸਾ ਸ਼ਹਿਰ ਨਹੀਂ, ਪੰਜਾਬ ਦਾ ਐਸਾ ਪਿੰਡ ਨਹੀਂ ਜਿੱਥੋਂ ਲੋਕ ਇੱਥੇ ਆਏ ਨਹੀਂ, ਚਾਹੇ 2 ਆਉਣ, ਚਾਹੇ 4 ਆਉਣ, ਚਾਹੇ 100 ਆਉਣ। ਔਰ ਤੁਸੀਂ ਦੇਖ ਸਕਦੇ ਹੋ ਜਿਹਦੇ ਨਾਲ ਵੀ ਗੱਲ ਕੀਤੀ ਉਹੀ ਕਹਿੰਦੇ ਆ, ਕੋਈ ਬਰਨਾਲੇ ਤੋਂ ਆਇਆ, ਕੋਈ ਬਠਿੰਡੇ ਤੋਂ, ਕੋਈ ਮੋਗੇ ਤੋਂ, ਕੋਈ ਮਾਨਸੇ ਤੋਂ, ਮਤਲਬ ਬਜ਼ੁਰਗ ਦੇਖੋ ਇੱਕ ਸਾਡੀ ਬੀਬੀ ਆ ਰਹੀ ਹੈ ਬਜ਼ੁਰਗ, ਚਾਹੇ ਉਹਨਾਂ ਤੋਂ ਚੱਲਣ 'ਚ ਵੀ ਮੁਸ਼ਕਿਲ ਆ ਰਹੀ ਆ, ਪਰ ਉਹ ਇਸ ਯੋਧੇ ਦੀ ਸ਼ਹਾਦਤ ਤੇ ਅੰਤਿਮ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਆਏ ਨੇ ਔਰ ਇਹ ਚਾਹੁੰਦੇ ਨੇ ਵੀ ਇੱਥੇ ਕਿਸੇ ਹਰ ਇੱਕ ਬੰਦੇ ਦਾ ਕਿਵੇਂ ਨਾ ਕਿਵੇਂ ਨਾਂ ਆਵੇ। ਔਰ ਸਾਡੇ ਨਾਲ ਉਹ ਨੌਜਵਾਨ ਕੁਝ ਹੈਗੇ ਨੇ ਜਿਹੜੇ ਇੱਥੇ ਗੱਡੀਆਂ 'ਚ ਬੈਠੇ ਨੇ, ਅਸੀਂ ਉਹਨਾਂ ਤੋਂ ਵੀ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਇੱਥੇ ਕਿਸ ਤਰ੍ਹਾਂ ਜਿਹੜਾ ਆਏ ਹੋ ਔਰ ਕੀ ਸੋਚਦੇ ਹੋ, ਕਿਉਂਕਿ ਸੋਚ ਹਰ ਇੱਕ ਦੀ ਪੁੱਛਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸੋਚ ਦੇ ਨਾਲ ਹੀ ਸਾਰਾ ਕੁਝ ਚੱਲਦਾ ਜੀ, ਸੋਚ ਦੇ ਨਾਲ ਹੀ ਜਿਹੜੀ ਗੱਲ ਜਿਹੜੀ ਪੂਰੀ ਹੁੰਦੀ ਹੈ, ਕਿਉਂਕਿ ਸੋਚ ਤੇ ਹੀ ਪਹਿਰਾ ਦਿੱਤਾ ਜਾਂਦਾ, ਜਿਹੜਾ ਨਹੀਂ ਦਿੱਤਾ ਜਾਂਦਾ। ਸੋ ਬਾਈ ਜੀ ਕੀ ਬਾਈ ਜੀ ਕੀ ਆ ਜਾਓ ਕੀ ਸੋਚਦੇ ਹੋ ਬਾਈ ਜੀ ਤੁਸੀਂ? ਸੋਚ ਤਾਂ ਇਹੀ ਆ ਵੀਰੇ, ਜਿਵੇਂ ਦੀਪ ਸਿੱਧੂ ਬਾਈ ਹਨਾ ਕੌਮ ਦੇ ਲਈ ਤੁਰਿਆ ਸੀ, ਆਪਣੇ ਲਈ ਉਹ ਵੀਰ ਸ਼ਹੀਦ ਹੋਇਆ ਗਾ, ਅਸੀਂ ਵੀ ਉਹਦੀ ਸੋਚ ਦੇ ਪਿੱਛੇ ਹੋਈ, ਉਹਦੇ ਸੋਚ ਦੇ ਹਿਸਾਬ ਨਾਲ ਚੱਲ ਰਹੇ ਆਂਗੇ ਵੀ। ਬਾਈ ਜੀ ਜੇ ਆਪਾਂ ਕੌਮ ਦੀ ਗੱਲ ਕੀਤੀ ਜਾਂਦੀ ਹੈ ਵੀ ਕੌਮ ਦੇ ਲਈ ਸ਼ਹੀਦ ਹੋਇਆ, ਪਰ ਉਹ ਤਾਂ ਦਿਨ ਰਾਤ ਮਤਲਬ ਰੌਲਾ ਵੀ ਪਾਉਂਦੇ ਰਹੇ, ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਗੱਦਾਰ ਦਾ ਸਰਟੀਫਿਕੇਟ ਦਿੱਤਾ ਫੇਸਬੁੱਕ ਦੇ ਉੱਪਰ ਲਿਖ ਕੇ, ਦੂਜੇ ਲੋਟ ਉਹਨਾਂ ਨੇ ਰਾਤਾਂ ਵੀ ਕੱਟੀਆਂ, ਇਹੋ ਜਿਹੀ ਲਗਜ਼ਰੀ ਲਾਈਫ ਛੱਡ ਕੇ ਆਏ ਸੀ, ਮਤਲਬ ਜਿਹੜੀ ਉਹ ਜ਼ਿੰਦਗੀ ਇਸ ਵੇਲੇ ਜਿਉਂ ਰਹੇ ਸੀ ਉਹ ਤਾਂ ਕਦੇ ਸੋਚ ਵੀ ਨਹੀਂ ਸਕਦੇ ਸੀਗੇ, ਤੇ ਪਰ ਉਹ ਫਿਰ ਵੀ ਸਾਡੇ ਪੰਜਾਬੀਅਤ ਲਈ ਖੜੇ। ਤੇ ਪਰ ਆਪਾਂ ਅੱਜ ਇਹ ਸੋਚਦੇ ਹਾਂ ਪਹਿਲਾਂ ਆਪਣੀ ਸੋਚ ਕਿੱਥੇ ਗਈ ਸੀ? ਨਹੀਂ ਵੀਰੇ ਪਹਿਲਾਂ ਜਿੰਨਾ ਦਿੱਤਾ ਸੀ ਉਹਨਾਂ ਨੂੰ ਸੋਚ ਕੇ ਦੇਣਾ ਚਾਹੀਦਾ ਸੀ ਨਾ, ਵੀ ਗਦਾਰ ਹੈ ਕਿ ਜਾਂ ਨਹੀਂ ਹੈ, ਉਹਦਾ ਰਿਜ਼ਲਟ ਨਿਕਲਣ ਤੋਂ ਬਾਅਦ ਦੇਣਾ ਚਾਹੀਦਾ। ਪਰ ਅੱਜ ਬਾਈ ਜੀ ਜੇ ਆਪਾਂ ਗੱਲ ਸੋਚੀ ਜਾਂਦੀ ਹੈ ਵੀ ਜਿਹੜੇ ਸਾਡੇ ਪੰਥਕ ਆਗੂ ਨੇ, ਪੰਥਕ ਮੋਹਰੀ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਈਏ, ਉਹਨਾਂ ਦੇ ਜ਼ੁਬਾਨ ਦੇ ਵਿੱਚੋਂ ਤਾਂ ਅੱਜ ਤੱਕ ਵੀ ਕੋਈ ਲਫ਼ਜ਼ ਨਹੀਂ ਨਿਕਲਿਆ, ਔਰ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਮੋਢੀ ਸੀਗੇ ਉਹਨਾਂ ਨੇ ਵੀ ਨਹੀਂ ਕਿਸੇ ਨੇ ਕੁਛ ਇਹੋ ਜਿਹੇ 2 ਸ਼ਬਦ ਤੱਕ ਨਹੀਂ ਕਹੇ ਜੀ ਉਹਦੀ ਸ਼ਰਧਾਂਜਲੀ। ਵੇਖੋ ਜੀ ਇਹ ਤਾਂ ਹੁਣ ਤੁਹਾਡੇ ਸਾਹਮਣੇ ਹੀ ਹੈ, ਉਹ ਹੁਣ ਕਹਿਣ ਨਾ ਕਹਿਣ ਜਿਹੜੇ ਵਿਰੋਧੀ ਧਿਰ ਨੇ ਜਾਂ ਜਿਹੜੇ ਵਿੱਚੋਂ ਅੰਦਰੋਂ ਮਤਲਬ ਕਿ ਨਹੀਂ ਠੀਕ ਸਮਝਦੇ ਉਹਨਾਂ ਕਾਹਨੂੰ ਕਹਿਣਾ ਹੈ? ਬਾਈ 10 ਬੰਦੇ ਦਾ ਮਾੜਾ ਕਹਿੰਦੀ ਹੁੰਦੇ ਨਹੀਂ ਬਾਈ ਜੀ ਗੱਲ 10 ਬੰਦੇ ਦੀ ਨਹੀਂ ਬਾਈ ਜੀ ਉਹਨਾਂ ਦੇ ਕਹਿਣ ਮੁਤਾਬਕ, ਪਰ ਮੇਰੀ ਫੇਰ ਉਹੀ ਗੱਲ ਆ ਗਈ ਵੀ ਜਦੋਂ ਅਸੀਂ ਚਾਹੁੰਦੇ ਜੀ ਉਹਦੇ ਨਾਲ ਖੜ ਸਕਦੇ ਸੀ, ਚਲੋ ਕੋਈ ਗੱਲ ਨਹੀਂ ਉਹਨਾਂ ਦੀ ਸ਼ਹਾਦਤ ਹੋ ਗਈ, ਜਿੰਨੀ ਉਹਨਾਂ ਦੀ ਉਮਰ ਲਿਖੀ ਉਹ ਭੋਗ ਕੇ ਚਲੇ ਗਏ ਨੇ, ਪਰ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਜਾਂ ਜਿਹੜੇ ਅਸੀਂ ਜਿਨ੍ਹਾਂ ਨੂੰ ਮੰਨਦੇ ਹਾਂ, ਸਾਡੇ ਪੰਥਕ ਆਗੂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ, ਚਾਹੇ ਸਾਡੇ ਜਥੇਦਾਰ ਸਾਹਿਬਾਨ ਹੋਣ, ਚਾਹੇ ਵੱਡੇ ਆਗੂ ਹੋਣ, ਉਹਨਾਂ ਦੇ ਮੂੰਹ ਚੋਂ ਇੱਕ ਵੀ ਸ਼ਬਦ ਉਹਨਾਂ ਦੀ ਸ਼ਰਧਾਂਜਲੀ ਲਈ ਨਹੀਂ ਨਿਕਲਿਆ, ਕੋਈ ਇੱਕ ਬੋਲ, ਉਹਨੂੰ ਤੁਸੀਂ ਕਿਵੇਂ? ਬਾਈ ਉਹ ਬੰਦੇ ਯਾਰ ਉਹ ਦੇਸ਼ ਦੇ ਗਦਾਰ ਨੇ ਜਿਹੜੇ ਹਲੇ ਵੀ ਮਾੜਾ ਕਹਿੰਦੇ ਨੇ ਉਹਨੂੰ, ਬਾਈ ਉਹਨਾਂ ਦੇ ਆਉਣਾ ਵੀ ਨਹੀਂ ਜ਼ੁਬਾਨ ਤੇ, ਸੱਚ ਬੋਲਣ ਤੋਂ ਡਰਦੇ ਨੇ ਉਹਦਾ ਇੱਕ ਉਹ ਆ ਵੀ ਬਿਜ਼ਨਸ ਆ ਉਹਨਾਂ ਦਾ, ਪੈਸੇ ਤੱਕ ਸੀਮਿਤ ਨੇ ਉਹ ਬੰਦੇ, ਮੋਹ ਮਾਇਆ ਤੱਕ ਪਿਆਰ ਉਹਨਾਂ ਨੂੰ। ਪਰ ਕਾਬਜ਼ ਤਾਂ ਸਾਡੇ ਉੱਪਰ ਉਹੀ ਰਹਿਣੇ ਨੇ, ਇਹ ਤਾਂ ਨੌਜਵਾਨ ਆਉਂਦੇ ਨੇ ਜੀ ਭਗਤ ਸਿੰਘ ਵਾਂਗੂ, ਸੰਤਾਂ ਵਾਂਗੂ ਆ ਕੇ ਚਲੇ ਜਾਂਦੇ ਨੇ, ਫਿਰ ਇਹ ਆਪਣੀ ਸੋਚ ਤਾਂ ਫਿਰ ਕਦੇ ਰਲੂਗੀ ਨਹੀਂ, ਇਸ ਹਿਸਾਬ ਨਾਲ ਆਪਾਂ ਤਾਂ ਡਰੀ ਜਾਵਾਂਗੇ। ਹੁਣ ਯੂਥ ਆ ਜਿਹੜਾ, ਯੂਥ ਕਹਿ ਲਾ, ਮੈਂ ਸਿਆਣਿਆਂ ਦੀ ਨਹੀਂ ਮੈਂ ਕਹਿਦਾ, ਮੈਂ ਯੂਥ ਜਿਹੜਾ ਹੁਣ ਦੀਪ ਸਿੱਧੂ ਦੀ ਬਾਈ ਦੀ ਸੋਚ ਤੇ ਤੁਰ ਰਿਹਾ ਪੂਰਾ, ਆ ਦੇਖ ਸਕਦੇ ਹੋ ਯੂਥ ਕਿੰਨਾ ਫਿਰ ਰਿਹਾ ਹੋਰੇ, ਯੂਥ ਬਾਈ ਹਰ ਇੱਕ ਪਿੰਡ 'ਚ ਹੁਣ ਅਕਲ ਆ ਗਈ ਲੋਕਾਂ ਨੂੰ, ਜੇ ਆਪਾਂ ਫੇਸਬੁੱਕ ਲਾ ਲਓ, ਮੀਡੀਆ ਲਾ ਲਓ। ਉਹਨਾਂ ਦਾ ਭਾਸ਼ਣ ਸੀਗਾ ਦੀਪ ਸਿੱਧੂ ਦਾ, ਤੁਸੀਂ ਦੇਖਿਆ ਹੋਊਗਾ, ਇੱਕ ਹੱਥ ਉਹਨਾਂ ਨੇ ਸ਼੍ਰੀ ਸਾਹਿਬ ਫੜੀ, ਸਿੱਖ ਹੱਥ ਉਹਨਾਂ ਨੇ ਝਾੜੂ, ਉਹ ਵੀਰੇ ਸਾਡੇ ਪਿੰਡ ਹੀ ਦਿੱਤਾ ਸੀ ਉਹਨਾਂ ਨੇ, ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਬਹੁਤ ਯੂਥ ਨੂੰ ਆਪਾਂ ਐਵੇਂ ਕਹਿ ਦਈਏ ਸਾਰੇ ਬੰਦੇ ਨੂੰ ਬਹੁਤ ਪ੍ਰੇਰਿਤ ਕੀਤਾ, ਜਿਹਨੇ ਸਾਰੇ ਪਿੰਡ ਬਾਰੇ ਮਾੜਾ ਕਹਿਣਾ। ਤੁਸੀਂ ਆ ਦੇਖ ਲਓ ਸਾਰਾ ਪੰਜਾਬ ਯਾਦ ਕਰ ਰਿਹਾ ਅੱਜ ਇਹਨਾਂ ਨੂੰ, ਜਿਨ੍ਹਾਂ ਨੇ ਉਹਨਾਂ ਨੂੰ ਗਦਾਰ ਕਿਹਾ ਸੀ ਉਹਨਾਂ ਦੀ ਮੜੀਆਂ ਤੇ ਜੁੱਤੀਆਂ ਪੈ ਕਰਨੀਆਂ, ਤੁਹਾਡੇ ਸਾਹਮਣੇ ਆ ਬਾਈ ਦੀਆਂ ਫੋਟੋਆਂ ਵੇਖ ਕੇ ਕਰਨਗੀਆਂ। ਹੁਣ ਵੀ ਦੇਖੋ ਤੁਸੀਂ ਸਾਰੇ ਆਪਣੇ ਯਾਦ ਕਰਦੇ ਆ ਬਾਈ ਨੂੰ, ਅੱਜ ਪੂਰਾ ਪੰਜਾਬ ਆਇਆ ਇੱਥੇ, ਬਾਹਰੋਂ ਵੀ ਆਈ ਆ ਸੰਗਤ। ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਨੌਜਵਾਨਾਂ ਦਾ ਇਹ ਕਹਿਣਾ ਵੀ ਜਿਹੜੇ ਗੱਦਾਰ ਕਹਿੰਦੇ ਉਹਨਾਂ ਦੀਆਂ ਮੜੀਆਂ ਦੇ ਉੱਤੇ ਜੁੱਤੀਆਂ ਪਿਆ ਕਰਨਗੀਆਂ, ਔਰ ਇਹ ਤਾਂ ਸਭ ਨੇ ਅਸੀਂ ਦੇਖ ਹੀ ਲੈਣਾ, ਜੇ ਸਭ ਨੂੰ ਲੰਬੀ ਉਮਰ ਬਖਸ਼ੀ ਹੋਵੇ ਤਾਂ ਸਭ ਨੇ ਦੇਖ ਹੀ ਲੈਣਾ ਵੀ ਕਿਸ ਨੂੰ ਕੀ ਕਿਹਾ ਜਾਂਦਾ, ਕਿਸ ਨੂੰ ਕਿਉਂ, ਕਿਉਂਕਿ ਗੱਦਾਰ ਦਾ ਸਰਟੀਫਿਕੇਟ, ਚੰਗੇ ਦਾ ਸਰਟੀਫਿਕੇਟ ਤਾਂ ਅਸੀਂ ਫੇਸਬੁੱਕ ਤੇ ਮਿੰਟ ਤੋਂ ਪਹਿਲਾਂ ਦੇ ਦਿੰਦੇ ਆ, ਪਰ ਅਸਲ ਜ਼ਿੰਦਗੀ ਦੇ ਵਿੱਚ ਸ਼ਹਾਦਤ ਦੇਣੀ ਬਹੁਤ ਔਖੀ ਹੈ, ਔਰ ਇਹ ਕਰ ਗਿਆ ਦੀਪ ਸਿੰਘ ਸਿੱਧੂ, ਜਿਹੜਾ ਹਮੇਸ਼ਾ ਹੀ ਜਿਵੇਂ ਨੌਜਵਾਨਾਂ ਦੇ ਅੰਦਰ ਅਮਰ ਰਹੇਗਾ, ਲੋਕਾਂ ਦੇ ਅੰਦਰ ਅਮਰ ਰਹੇਗਾ। ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਫਤਿਹਗੜ੍ਹ ਸਾਹਿਬ। ਮੈਂ ਭੁਪਿੰਦਰ